तो प्रेज द लॉर्ड। और आज का जो वचन जो है वो यूहन्ना भाग 5 आयतें 1 से लेके 9 तक। और सिस्टर रंजीत पढ़ेगी पंजाबी विच, उसके बाद मैं इंग्लिश में करूंगा ता करके मेरे लिए आसान होगा। ओके, सो प्लीज रीड। और आप पढ़ने के बाद फिर आज का टॉपिक बताऊंगा क्या जी जी प्रचार का नाम क्या है, विषय का नाम। प्रेज गॉड। ऊंची आवाज से जी पढ़ो प्लीज। जी हम्म, ਯੋਹੰਨਾ 5 ਉਹਦਾ 1 ਆਇਤ ਤੋਂ ਆਪਾਂ ਦੇਖਾਂਗੇ। ਇਹਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਕੋਲ ਇੱਕ ਤਲਾਬ ਹੈ ਜੋ ਇਬਰਾਨੀ ਭਾਸ਼ਾ ਵਿੱਚ ਵੈਥ ਜਥਾ ਕਰਕੇ ਸਤਾਉਂਦਾ ਹੈ, ਜਿਸ ਦੇ 5 ਦਲਾਨ ਹਨ। ਉਹਨਾਂ ਵਿੱਚ ਰੋਗੀ, ਅੰਨੇ, ਲੱਜੇ ਅਤੇ ਲੁੱਲੇ ਬਹੁਤ ਸਾਰੇ ਪਏ ਸਨ। ਇਹ ਪਾਣੀ ਹਿੱਲਣ ਦੀ ਆਸ ਵਿੱਚ ਪਏ ਸਨ, ਕਿਉਂਕਿ ਨਿਸ਼ਚਿਤ ਸਮੇਂ ਤੇ ਪਰਮੇਸ਼ਵਰ ਦਾ ਸੁਰਗਦੂਤ ਤਲਾਬ ਵਿੱਚ ਉਤਰ ਕੇ ਪਾਣੀ ਹਿਲਾਉਂਦਾ ਹੁੰਦਾ ਸੀ। ਪਾਣੀ ਹਿਲਦੇ ਹੀ ਜੋ ਕੋਈ ਪਹਿਲਾਂ ਉਤਰਦਾ ਸੀ ਉਹ ਠੀਕ ਹੋ ਜਾਂਦਾ ਸੀ, ਭਾਵੇਂ ਉਸਨੂੰ ਕੋਈ ਵੀ ਰੋਗ ਕਿਉਂ ਨਾ ਹੋਵੇ। ਅਤੇ ਉੱਥੇ ਇੱਕ ਮਨੁੱਖ ਸੀ ਜੋ 38 ਵਰ੍ਹਿਆਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ। ਯਿਸੂ ਨੇ ਉਸ ਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ ਸੋ ਉਹਨੂੰ ਹੁਣ ਬਹੁਤ ਚਿਰ ਹੋ ਗਿਆ ਹੈ, ਉਹਨੂੰ ਆਖਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਮੇਰਾ ਕੋਈ ਆਦਮੀ ਨਹੀਂ ਹੈ ਕਿ ਜਦ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਲਾਬ ਵਿੱਚ ਉਤਾਰੇ, ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੇਥੋਂ ਅੱਗੇ ਉੱਤਰ ਪੈਂਦਾ ਹੈ। ਯਿਸੂ ਨੇ ਉਸ ਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਅਤੇ ਤੁਰ ਪੈ। ਅਤੇ ਇਉਂ ਉਹ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ। ਉਹ ਸਾਬਤ ਦਾ ਦਿਨ ਸੀ। ਆਮੀਨ। Amen. Thank Amen, you, amen, Jesus. amen. So the name of the pool is called Bethesda. ਤੇ ਜਿਹੜਾ ਉਹ ਪੂਲ ਸੀਗਾ ਉਹਦਾ ਨਾਮ ਸੀ ਬੈਤਸੈਦਾ। And the meaning of Bethesda means healing, hope, and divine mercy. ਤੇ ਉਸ ਦਾ ਮਤਲਬ ਇਹ ਆ ਇੱਕ ਉਮੀਦ, ਚੰਗਾਈ ਤੇ ਇੱਕ ਅਧਿਆਤਮਿਕ ਦਇਆ। So the title for today's message is Healing, Hope, and Divine Mercy. ਤੇ ਅੱਜ ਦਾ ਜਿਹੜਾ ਸਾਡਾ ਵਚਨ ਦਾ ਵਿਸ਼ਾ ਆ ਉਹ ਹੈ ਕਿ ਉਮੀਦ, ਚੰਗਾਈ ਤੇ ਅਧਿਆਤਮਿਕ ਦਇਆ। And maybe today you want healing, maybe today you want some hope, maybe you want some divine mercy. You're going to encounter that today. ਤੇ ਹੋ ਸਕਦਾ ਕਿ ਅੱਜ ਤੁਹਾਨੂੰ ਕੋਈ ਅੱਜ ਕਿਸੇ ਚੀਜ਼ ਦੇ ਵਿੱਚ ਉਮੀਦ ਹੋਵੇ, ਕਿਸੇ ਚੀਜ਼ ਦੇ ਵਿੱਚ ਚੰਗਾਈ ਚਾਹੀਦੀ ਹੈ, ਜਾਂ ਤੁਹਾਨੂੰ ਕਿਸੇ ਅਧਿਆਤਮਿਕ ਦਇਆ ਦੀ ਲੋੜ ਹੈ, ਤੇ ਅੱਜ ਤੁਹਾਨੂੰ ਕੀ ਹੈ, ਖੁਦਾ ਦੇ ਕੋਲ ਆਉਣ ਦੀ ਲੋੜ ਹੈ। Because we are going right into the pool of Bethesda for our breakthrough. Sorry, Pastor ji. We are going right into the pool of Bethesda for our breakthrough. ਹਾਂ, ਤੇ ਅਸੀਂ ਕੀ ਕਰਾਂਗੇ, ਸਿੱਧਾ ਬੈਤਸੈਦਾ ਦੇ ਉਸ ਪਾਣੀ ਦੇ ਵਿੱਚ ਜਾਵਾਂਗੇ ਆਪਣੇ ਛੁਟਕਾਰੇ ਦੇ ਲਈ। Amen. How many are ready to go into the pool of Bethesda today? ਤੇ ਤੁਸੀਂ ਕਿੰਨੇ ਤਿਆਰ ਹੋ ਅੱਜ ਸਿੱਧਾ ਉਸ ਪਾਣੀ ਦੇ ਵਿੱਚ ਜਾਣ ਦੇ ਲਈ, ਬੈਤਸੈਦਾ ਦੇ? I was in the swimming pool this morning. ਤੇ ਮੈਂ ਅੱਜ ਸਵੇਰੇ ਸਵਿਮਿੰਗ ਪੂਲ ਦੇ ਵਿੱਚ ਸੀਗਾ। I did a lot of swimming today. ਤੇ ਮੈਂ ਅੱਜ ਬਹੁਤ ਸਾਰਾ ਮਤਲਬ ਤੈਰਿਆ ਉਹਦੇ ਵਿੱਚ। And when you swim, you feel good. ਤੇ ਜਦੋਂ ਅਸੀਂ ਤੈਰਦੇ ਹਾਂ ਉਸ ਪਾਣੀ ਦੇ ਵਿੱਚ ਤਾਂ ਅਸੀਂ ਬਹੁਤ ਚੰਗਾ ਮਹਿਸੂਸ ਕਰਦੇ ਹਾਂ। So again, I want to be in another pool now. ਤੇ ਹੁਣ ਮੈਂ ਕੀ ਆ, ਹੁਣ ਫੇਰ ਦੂਜੇ ਖੋਲ ਪੂਲ ਦੇ ਵਿੱਚ ਜਾਵਾਂਗਾ। So let us go together. ਤੇ ਆਓ ਅਸੀਂ ਇਕੱਠੇ ਚੱਲੀਏ। So it says here that it was the time of the feast of the Jews. ਤੇ ਇਹ ਉਹ ਸਮਾਂ ਸੀ ਜਦੋਂ ਯਹੂਦੀਆਂ ਦਾ ਸਬਤ ਦਾ ਦਿਨ ਸੀ। And during the time of the feast, lots of Jews would gather in Jerusalem. ਤੇ ਉਸ ਸਮੇਂ ਸਬਤ ਦੇ ਦਿਨ ਦੇ ਵਿੱਚ ਬਹੁਤ ਸਾਰੇ ਯਹੂਦੀ ਯਰੂਸ਼ਲਮ ਦੇ ਵਿੱਚ ਇਕੱਠੇ ਹੁੰਦੇ ਸੀ। And I believe that during this time as well, that there were lots of sick people also came to Jerusalem. ਤੇ ਮੈਂ ਇਹ ਵਿਸ਼ਵਾਸ ਕਰਦਾ ਕਿ ਯਰੂਸ਼ਲਮ ਦੇ ਵਿੱਚ ਉਸ ਸਮੇਂ ਸਬਤ ਦੇ ਦਿਨ ਉਹ ਬਹੁਤ ਸਾਰੇ ਬਿਮਾਰ ਲੋਕੀ ਵੀ ਉੱਥੇ ਆਉਂਦੇ ਸੀ। Because they knew about this pool. ਕਿਉਂਕਿ ਉਹ ਉਸ ਪਾਣੀ ਦੇ ਬਾਰੇ ਜਾਣਦੇ ਸੀ, ਉਸ ਪੂਲ ਦੇ ਬਾਰੇ ਜਾਣਦੇ ਸੀ। Because in this pool there was something very special.
ਕਿਉਂਕਿ ਉਸ ਪੂਲ ਦੇ ਵਿੱਚ ਉਸ ਪਾਣੀ ਦੇ ਵਿੱਚ ਕੁਝ ਖਾਸ ਖਾਸ ਸੀ ਉਸ ਪਾਣੀ ਦੇ ਵਿੱਚ। That's why people were fighting to jump first in the water. ਕਿਉਂਕਿ ਜਿਹੜੇ ਲੋਕ ਸੀ ਜਦੋਂ ਵੀ ਉਹ ਪਾਣੀ ਹਿਲਦਾ ਸੀ ਤਾਂ ਉਹ ਸਭ ਤੋਂ ਪਹਿਲਾਂ ਉਸ ਦੇ ਵਿੱਚ ਆਪਣੀ ਮਤਲਬ ਕੁੱਦਣਾ ਚਾਹੁੰਦੇ ਸੀ, ਸਭ ਤੋਂ ਪਹਿਲਾਂ, ਸਾਰਿਆਂ ਤੋਂ ਪਹਿਲਾਂ। And we will see about this man who wanted to try and get into the pool. ਤੇ ਅਸੀਂ ਵੇਖਦੇ ਕਿ ਇਹ ਇਨਸਾਨ ਜਿਹੜਾ ਆ ਉਹ ਵੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਪਾਣੀ ਦੇ ਵਿੱਚ ਚਲਿਆ ਜਾਵੇ, But there was no breakthrough for this man. ਪਰ ਉਹਦੇ ਕੋਲ ਉੱਥੇ ਕੋਈ ਵੀ ਸਹਾਇਤਾ ਨਹੀਂ ਸੀ। It says here that in verse 3, in these pool lay a great multitude of sick people. ਤੇ Okay. ਤੀਜੀ ਵਰਸ ਵਿੱਚ ਅਸੀਂ ਪੜਿਆ ਆ ਕਿ ਉੱਥੇ ਬਹੁਤ ਬਿਮਾਰ ਲੋਕੀ ਸੀ, ਉਹ ਪਾਣੀ ਦੇ ਆਲੇ ਦੁਆਲੇ ਉਹ ਪਏ ਹੋਏ ਸੀ। They were blind people, they were lame people, they were paralyzed people. ਅੰਨੇ ਵੀ ਸੀਗੇ, ਲੰਗੜੇ ਵੀ ਸੀਗੇ, ਤੇ ਜਿਨ੍ਹਾਂ ਨੂੰ ਅਧਰੰਗ ਹੋਇਆ ਸੀ ਉਹ ਵੀ ਸੀ। And they were not in the pool, but they were waiting outside the pool. ਪਰ ਉਹ ਪਾਣੀ ਦੇ ਵਿੱਚ ਨਹੀਂ ਸੀ, ਉਹ ਪਾਣੀ ਤੋਂ ਬਾਹਰ ਸੀਗੇ, ਸਾਰੇ ਪਾਣੀ ਤੋਂ ਬਾਹਰ ਸੀਗੇ। Because in verse 4, it tells us that an angel of the Lord came. ਕਿਉਂਕਿ ਚੌਥੀ ਵਰਸ ਵਿੱਚ ਅਸੀਂ ਦੇਖਿਆ ਕਿ ਜਦੋਂ ਖੁਦਾ ਦਾ ਸਵਰਗਦੂਤ ਆਉਂਦਾ ਸੀ, And the angel of the Lord came at a certain time. ਉਹ ਇੱਕ ਖਾਸ ਮੌਕੇ ਤੇ ਸਮੇਂ ਤੇ ਆਉਂਦਾ ਸੀ। And so that time was very important for these Sikh people to seize the moment. खींचने को ये time. ਹਾਂ, ਤੇ ਉਹ ਬਿਮਾਰ ਲੋਕਾਂ ਵਾਸਤੇ ਇਹ ਸਮਾਂ ਬੜਾ ਹੀ ਉਹਨਾਂ ਲਈ ਬਹੁਤ ਹੀ ਮਹੱਤਵਪੂਰਨ ਸੀ ਕਿ ਉਹ ਉਸ ਪਾਣੀ ਨੂੰ ਹਿਲਦਾ ਹੋਇਆ ਦੇਖਣ। Today there is a meeting in Palimetko. ਅੱਜ ਜਿੱਦਾਂ ਸਾਡੇ ਇੱਥੇ ਪਾਲੀ ਮਾਤਕੋ ਦੇ ਵਿੱਚ ਪ੍ਰਾਰਥਨਾ ਸਭਾ ਆ, This is the time. ਤੇ ਇਹ ਉਹ ਸਮਾਂ ਆ, And this is the time that whoever has come to this pool of Palimetko are going to get blessed. ਤੇ ਸਾਡੇ ਕੋਲ ਵੀ ਇਹ ਸਮਾਂ ਆ, ਜਿੱਦਾਂ ਮੰਨ ਲਓ ਕਿ ਉਹ ਪੂਲ ਸੀਗਾ ਸਾਡੇ ਲਈ, ਇਹ ਉਹ ਪੂਲ ਆ, ਉਹ ਚੰਗਾਈ ਦਾ, ਸਾਡੀ ਉਮੀਦਾਂ ਦਾ, ਸਾਡੀ ਅਧਿਆਤਮਿਕ ਦਇਆ ਦਾ ਇਹ ਪੂਲ ਆ ਕਿ ਸਾਨੂੰ ਜ਼ਰੂਰੀ ਸੀ ਕਿ ਅੱਜ ਅਸੀਂ ਇੱਥੇ ਮੌਜੂਦ ਹੁੰਦੇ। Many were invited by me and by you, but not many has come. But those who have come will receive the blessing of the pool. ਬਹੁਤ ਸਾਰਿਆਂ ਨੂੰ ਸੱਦਾ ਗਿਆ ਸੀ, ਪਰ ਬਹੁਤ ਸਾਰੇ ਨਹੀਂ ਆਏ, ਪਰ ਜਿੰਨੇ ਆਏ ਆ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਆਪਣੀ ਆਸ਼ੀਸ਼ ਦੇਵੇ। I invited nearly 25 people online, but we have got 1, 2, 3, 4, 5, 6. Only 6 people are here, including me, 7. ਮੈਂ 25 ਲੋਕਾਂ ਨੂੰ ਸੱਦਾ ਦਿੱਤਾ ਸੀ, ਪਰ ਮੈਨੂੰ ਮਿਲਾ ਕੇ ਇੱਥੇ ਸਿਰਫ 6 ਲੋਕ ਨੇ ਆਨਲਾਈਨ। Maybe they have a good reason not to be here. I don't know. ਹੋ ਸਕਦਾ ਉਹਨਾਂ ਦੇ ਕੋਲ ਕੋਈ ਚੰਗਾ ਕਾਰਨ ਹੋਵੇ ਕਿ ਉਹ ਨਹੀਂ ਆ ਸਕੇ। But you have come, and those who have traveled from Nicosia, you have gone there. Those who are in Palimetko, you have come. So today is your day of blessing. ਤੇ ਜਿਹੜੇ ਤੁਸੀਂ ਨਕੋਸੀਆ ਤੋਂ ਚੱਲ ਕੇ ਆਏ ਹੋ ਤੇ ਪਾਲੀਮੈਤਕੋ ਦੇ ਵਿੱਚ ਇੱਥੇ ਆਏ ਹੋ, ਅੱਜ ਤੁਹਾਡੀ ਆਸ਼ੀਸ਼ਾਂ ਦਾ ਦਿਨ ਹੈ। Amen. Even Joshua had to come out of his bedroom for the meeting. Hallelujah. ਇੱਥੇ ਤੱਕ ਕਿ ਯਹੋਸ਼ੂਆ ਵੀ ਆਪਣਾ ਬੈਡਰੂਮ, ਆਪਣੇ ਬਿਸਤਰੇ ਤੋਂ ਉੱਠ ਕੇ ਇੱਥੇ ਬੈਠਾ ਆ। Amen. Amen. Hallelujah. So we see here in verse 4 that an angel went down at a certain time into the pool. ਤੇ ਚੌਥੀ ਵਰਸ ਵਿੱਚ ਦੇਖਿਆ ਕਿ ਇੱਕ ਖਾਸ ਸਮੇਂ ਤੇ ਜਿਹੜਾ ਸਵਰਗਦੂਤ ਸੀ ਉਹ ਪਾਣੀ ਦੇ ਵਿੱਚ ਉਤਰਦਾ ਸੀ। And he stirred the water up. ਤੇ ਉਹ ਕੀ ਕਰਦਾ ਸੀ? ਪਾਣੀ ਨੂੰ ਹਿਲਾਉਂਦਾ ਸੀ। So today I want to tell you there is a stirring of the Holy Spirit in Palimetko and in this meeting. ਹਾਲੇਲੂਇਆ। ਤੇ ਮੈਂ ਅੱਜ ਦੱਸਣਾ ਚਾਹੁੰਦਾ ਕਿ ਪਾਲੀਮੈਤਕੋ ਦੀ ਇਸ ਪ੍ਰਾਰਥਨਾ ਸਭਾ ਦੇ ਵਿੱਚ ਵੀ ਪਵਿੱਤਰ ਆਤਮਾ ਇੱਥੇ ਖੇਲ ਰਿਹਾ, ਇੱਥੇ ਕੰਮ ਕਰ ਰਿਹਾ ਹੈ। Amen, amen, amen. And we are going to encounter that. ਤੇ ਅੱਜ ਅਸੀਂ ਕੀ ਉਹ ਸਾਡਾ ਆਤਮਾ ਦੇ ਨਾਲ, ਪਵਿੱਤਰ ਆਤਮਾ ਨਾਲ ਸਾਡਾ ਸਾਹਮਣਾ ਹੋਏਗਾ, ਆਮਨਾ ਸਾਹਮਣਾ ਹੋਏਗਾ। But during that time, it says that whoever stepped in first, हरबस जी, whoever stepped in, जो भी था वो उसने डुबकी पहली लगाई या stepped in first. Stepped in मतलब अंदर गए pool ਵਿੱਚ। ਤੇ ਉਹ ਜਿਹੜੇ ਜਿਹਨਾਂ ਨੇ ਜਦੋਂ ਪਾਣੀ ਖਿਲਦਾ ਵੇਖਿਆ ਤੇ ਉਹ ਜਿਹੜੇ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਉਤਰ ਗਏ, was made well of whatever disease he or she had. Complete healing. ਤੇ ਉਹਨਾਂ ਦੀ ਸੰਪੂਰਨ ਉਹਨਾਂ ਨੇ ਚੰਗਾਈ ਨੂੰ ਪਾਲੀ, ਭਾਵੇਂ ਜਿੰਨੇ ਮਰਜ਼ੀ ਬਿਮਾਰ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉਸ ਪਾਣੀ ਦੇ ਵਿੱਚ ਡੁਬਕੀ ਲਗਾ ਲਈ। So there was a big competition to get in the pool ASAP. As soon as possible, the waters were stirred up. ਤੇ ਜਿੰਨਾ ਛੇਤੀ ਹੋ ਸਕੇ, ਜਿੰਨਾ ਜਲਦੀ ਹੋ ਸਕੇ, ਕਿਉਂਕਿ ਕੰਪੀਟੀਸ਼ਨ ਲੱਗਿਆ ਹੋਇਆ ਵਾ ਉੱਥੇ ਵੀ ਤੇ ਇੱਥੇ ਵੀ, ਜਿੰਨਾ ਛੇਤੀ ਹੋ ਸਕੇ ਅਸੀਂ ਆਪਣੀ ਚੰਗਾਈਆਂ ਨੂੰ ਪਾ ਲਈਏ। Because people were desperate for healing.
for breakthrough. ਤੇ ਕਿਉਂਕਿ ਲੋਕ ਉੱਥੇ ਇੰਨੇ ਉਤਸ਼ਾਹਿਤ ਸੀਗੇ ਕਿ ਉਹ ਆਪਣੀ ਚੰਗਾਈ ਨੂੰ ਪਾਲਣ, ਆਪਣੇ ਛੁਟਕਾਰੇ ਨੂੰ ਪਾਲਣ। Utsahit nahi, desperate. Utsahit is excited, desperate. ਉਤਾਵਲੇ, ਉਹ ਬਹੁਤ ਹਾਂ। ਉਤਾਵਲੇ ਸੀ ਕਿ ਉਹ ਆਪਣੀ ਚੰਗਾਈ ਨੂੰ, ਆਪਣੇ ਛੁਟਕਾਰੇ ਨੂੰ ਪਾਲਣ। Maybe today ਹੋ ਸਕਦਾ ਹੈ ਅੱਜ you want something to happen in your life. ਤੁਸੀਂ ਵੀ ਕੁਝ ਚਾਹੁੰਦੇ ਕਿ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਕੁਝ ਹੋਵੇ। Maybe you don't want to live the same life that you have been living. ਹੋ ਸਕਦਾ ਕਿ ਤੁਸੀਂ ਜਿਹੜੀ ਜ਼ਿੰਦਗੀ ਜੀ ਰਹੇ ਹੋ, ਤੁਸੀਂ ਉਹ ਜ਼ਿੰਦਗੀ ਜੀਣਾ ਨਹੀਂ ਚਾਹੁੰਦੇ, ਏਦਾਂ ਦੀ ਜ਼ਿੰਦਗੀ ਨਹੀਂ ਜੀਣਾ ਚਾਹੁੰਦੇ। And you have that tadap, that desire to step in first, to receive the blessing. ਤੇ ਹੋ ਸਕਦਾ ਤੁਹਾਡੇ ਅੰਦਰ ਵੀ ਉਹ ਚਾਹਤ ਹੋਵੇ ਕਿ ਅਸੀਂ ਸਭ ਤੋਂ ਪਹਿਲਾਂ ਆਪਣੀ ਆਸ਼ੀਸ਼ਾਂ ਨੂੰ ਪਾ ਲਈਏ। And today the Lord has seen that. ਤੇ ਅੱਜ ਖੁਦਾ ਉਹ ਦੇਖ ਰਿਹਾ ਹੈ। Now in this story there was a man in verse 5. ਤੇ 5ਵੇਂ ਵਰਸ ਵਿੱਚ ਅਸੀਂ ਦੇਖਿਆ ਕਿ ਇੱਕ ਉੱਥੇ ਬੰਦਾ ਸੀ And he had a bimari, sickness, and it was for the last 38 years. Long time. ਤੇ ਬਹੁਤ ਲੰਬੇ ਸਮੇਂ ਤੋਂ 38 ਵਰਿਆਂ ਤੋਂ ਉਹ ਬਿਮਾਰ ਸੀਗਾ। And maybe out of these 38, maybe 30 years or 25 years, maybe he was at the pool. We don't know. ਤੇ ਹੋ ਸਕਦਾ ਕਿ 38 ਸਾਲਾਂ ਤੋਂ, ਪਤਾ ਨਹੀਂ ਉਹ 20 ਸਾਲ ਜਾਂ 25 ਸਾਲਾਂ ਤੋਂ ਉੱਥੇ ਉਹ ਪਾਣੀ ਦੇ ਉੱਤੇ ਪੂਲ ਦੇ ਲਾਗੇ ਉਹ ਬੈਠਾ ਹੋਇਆ ਸੀ। And he was trying to get into the pool first, but others would go in first. ਉਹ ਕੋਸ਼ਿਸ਼ ਕਰਦਾ ਸੀ ਕਿ ਉਹ ਪਾਣੀ ਦੇ ਵਿੱਚ ਜਾਵੇ, ਪਰ ਉਸ ਤੋਂ ਪਹਿਲਾਂ ਕੋਈ ਹੋਰ ਚਲਾ ਜਾਂਦਾ ਸੀ। And I don't know for how many years he did that. In the pool, out of the pool, in the pool, out of the pool, in the pool, out of the pool. No breakthrough. ਤੇ ਮੈਨੂੰ ਨਹੀਂ ਪਤਾ ਕਿ ਉਹਨੇ ਕਿੰਨੀ ਵਾਰ ਕੋਸ਼ਿਸ਼ ਕੀਤੀ ਹੋਣੀ। ਉਹ ਪਾਣੀ 'ਚ ਗਿਆ ਹੋਇਆ, ਬਾਹਰ ਆਇਆ, ਬਾਹਰ ਗਿਆ, ਅੰਦਰ ਗਿਆ, ਫਿਰ ਬਾਹਰ ਆਇਆ, ਪਰ ਉਹਨੂੰ ਕੋਈ ਚੰਗਾਈ ਨਹੀਂ ਮਿਲੀ। And he tried to do in his own strength. ਤੇ ਉਹਨੇ ਕੀ ਕੀਤਾ ਸੀ? ਆਪਣੀ ਸਾਮਰਥ ਨਾਲ ਇਹ ਸਭ ਕੁਝ ਕੀਤਾ ਸੀ। He tried his best, ਉਹਨੇ ਆਪਣੇ ਵੱਲੋਂ ਬਿਹਤਰ ਕੀਤਾ ਸੀ। like we all do sometimes. ਕਦੀ-ਕਦੀ ਅਸੀਂ ਵੀ ਸਾਰੇ ਏਦਾਂ ਕਰਦੇ ਹਾਂ। But one day something changes. ਪਰ ਇੱਕ ਦਿਨ ਕੁਝ ਬਦਲ ਜਾਂਦਾ ਹੈ। Today is the day for something to change in your life and in my life. ਅੱਜ ਉਹ ਦਿਨ ਹੈ ਜਿਸ ਦਿਨ ਤੁਹਾਡੀ ਤੇ ਮੇਰੀ ਜ਼ਿੰਦਗੀ ਵਿੱਚ ਕੁਝ ਬਦਲ ਜਾਵੇ। Because that day there was somebody mawjood present there. ਕਿਉਂਕਿ ਉਸ ਦਿਨ ਉੱਥੇ ਕੋਈ ਮੌਜੂਦ ਸੀਗਾ ਉਸ ਜਗ੍ਹਾ ਤੇ। Jesus saw him, the Bible says. ਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਉਹਨੇ ਉਸ ਨੂੰ ਦੇਖ ਲਿਆ And he was lying there. ਤੇ ਉਹ ਉੱਥੇ ਲੰਮਾ ਪਿਆ ਹੋਇਆ ਹੈ। He was lying there without hope, without any umeed, without any asha, there was no brightness to life. ਉਹਨੇ ਦੇਖਿਆ ਕਿ ਉਹ ਇਨਸਾਨ ਬਿਨਾਂ ਕਿਸੇ ਉਮੀਦ ਤੋਂ, ਬਿਨਾਂ ਕਿਸੇ ਆਸ਼ਾ ਤੋਂ, ਬਿਨਾਂ ਕਿਸੇ ਸਹਾਰੇ ਤੋਂ ਉੱਥੇ ਉਹ ਪਿਆ ਹੋਇਆ ਹੈ। Because so many years he's been trying to get in the pool, but he cannot get there first, so he can't get healed, because you need to get first into the pool to get healed. But he cannot do that because probably he's got a lot of problems which make him slows down to get into the pool quickly. ਤੇ ਉਹ ਇੰਨਾ ਕਮਜ਼ੋਰ ਸੀ, ਇੰਨੀ ਉਹ ਪਰੇਸ਼ਾਨੀ ਦੇ ਵਿੱਚ ਸੀ, ਉਹਨੇ ਕੋਸ਼ਿਸ਼ ਤਾਂ ਕੀਤੀ ਹੋਣੀ ਹੈ ਜਾਣ ਦੇ ਲਈ, ਪਰ ਉਹ ਆਪਣੀ ਸਾਮਰਥ ਤੋਂ ਉਹ ਨਹੀਂ ਜਾ ਸਕਿਆ ਕਿਉਂਕਿ ਉਸ ਤੋਂ ਪਹਿਲਾਂ ਕੋਈ ਹੋਰ ਚਲਾ ਜਾਂਦਾ ਸੀ। ਉਹ ਇੰਨਾ ਕਮਜ਼ੋਰ ਸੀ। And the Bible says that Jesus saw him and Jesus realized that he has been in this condition or in this by the pool as well for a long time. So now we come to know that he has been by the pool for a long time. ਤੇ ਯਿਸੂ ਮਸੀਹ ਨੇ ਉੱਥੇ ਦੇਖਿਆ ਕਿ ਇਹ ਕਾਫੀ ਸਮੇਂ ਤੋਂ ਇੱਥੇ ਪਿਆ ਆ, ਉਹ ਪੂਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਆ ਤੇ ਉਹ ਨਹੀਂ ਕਰ ਪਾ ਰਿਹਾ। And you see, when you don't have anybody, you have got God with you. ਤੇ ਤੁਸੀਂ ਦੇਖਦੇ ਹੋ ਕਿ ਜਦ ਤੁਹਾਡੇ ਨਾਲ ਕੋਈ ਨਹੀਂ ਹੁੰਦਾ ਤੇ ਖੁਦਾ ਤੁਹਾਡੇ ਨਾਲ ਹੁੰਦਾ ਹੈ। Many times you feel that you are alone. ਜਦੋਂ ਵੀ ਤੁਸੀਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹੋ, Maybe you feel that your parents don't love you. ਹੋ ਸਕਦਾ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਮਾਪਿਓ ਤੁਹਾਨੂੰ ਪਿਆਰ ਨਹੀਂ ਕਰਦੇ। Maybe if you are a married person, maybe you feel sometimes your wife or your husband doesn't give you that love that you are desiring. ਤੇ ਹੋ ਸਕਦਾ ਕਦੀ-ਕਦੀ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਘਰ ਵਾਲਾ ਜਾਂ ਤੁਹਾਡੀ ਪਤਨੀ ਹੈ ਤੁਹਾਨੂੰ ਉਹ ਪਿਆਰ ਨਹੀਂ ਦੇ ਰਹੇ ਜਿਹਦੇ ਤੁਸੀਂ ਹੱਕਦਾਰ ਹੋ। Maybe you are working for your employer very hard, both mehnat, and you feel like you are not respected, you are treated like dirt. ਤੇ ਤੁਸੀਂ ਆਪਣੇ ਮਾਲਕਾਂ ਦੇ ਨਾਲ ਬਹੁਤ ਚੰਗਾ ਵਿਵਹਾਰ ਕਰਦੇ ਹੋ, ਸਖਤ ਮਿਹਨਤ ਕਰਦੇ ਹੋ, ਪਰ ਤੁਹਾਨੂੰ ਉਹ ਇੱਜ਼ਤ ਨਹੀਂ ਮਿਲਦੀ ਜਿਸ ਦੇ ਤੁਸੀਂ ਹੱਕਦਾਰ ਹੋ।
Sometimes maybe in church you feel that, oh, I'm doing so much, but I don't get well done from the leaders, maybe from Pastor Johnny. I'm trying to do my best actually. ਤੇ ਹੋ ਸਕਦਾ ਕਦੀ ਕਦੀ ਤੁਸੀਂ ਚਰਚ ਦੇ ਵਿੱਚ ਵੀ ਆਪਣੇ ਵੱਲੋਂ ਬਹੁਤ ਵਧੀਆ ਕੰਮ ਕਰਦੇ ਹੋ, ਪਰ ਤੁਹਾਨੂੰ ਇਹ ਲੱਗਦਾ ਹੈ ਕਿ ਪਾਸਟਰ ਜੋਨੀ ਜਾਂ ਕੋਈ ਸਾਨੂੰ ਵੈਲ ਡਨ ਜਾਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। But in all this, the Lord is with you and with me. ਤੇ ਅਸੀਂ ਇਹ ਜਾਣ ਲਈਏ ਕਿ ਖੁਦਾ ਸਾਡੇ ਨਾਲ ਤੇ ਮੇਰੇ ਨਾਲ। And the Lord was with this man. ਖੁਦਾ ਵੀ ਉਸ ਇਨਸਾਨ ਦੇ ਨਾਲ, ਉਸ ਮਨੁੱਖ ਦੇ ਨਾਲ ਸੀ। He had no hope, no chance of getting in the water quickly. ਤੇ ਉਹਦੇ ਕੋਲ ਕੋਈ ਉਮੀਦ ਨਹੀਂ ਸੀ, ਕੋਈ ਆਸ ਨਹੀਂ ਸੀ ਕਿ ਉਹ ਮਤਲਬ ਭੱਜ ਕੇ ਉਸ ਪਾਣੀ ਦੇ ਵਿੱਚ ਚਲਾ ਜਾਵੇ। Now Jesus didn't ask him, can I help you to put you in the water first? Jesus didn't say that. ਪਰ ਯਿਸੂ ਨੇ ਉਹਨੂੰ ਇੱਥੇ ਇਹ ਨਹੀਂ ਕਿਹਾ ਕਿ ਮੈਂ ਤੇਰੀ ਮਦਦ ਕਰਾਂ ਤੈਨੂੰ ਤੇ ਪਾਣੀ ਦੇ ਵਿੱਚ ਲੈ ਕੇ ਜਾਣ ਦੇ ਲਈ। Because Jesus has got other ways of doing things. ਹਾਲੇਲੂਇਆ, ਕਿਉਂਕਿ ਯਿਸੂ ਦੇ ਅਲੱਗ ਤਰੀਕੇ ਨਾਲ ਕੰਮ ਕਰਦੇ। Because the man's mind was that he should get in the water, then only he will get healed. But Jesus said to him, do you want to be made well? Jesus didn't say to him, do you want to get in the water first? ਉਸ ਮਨੁੱਖ ਦੇ ਦਿਮਾਗ 'ਚ ਸੀ ਕਿ ਮੈਂ ਪਾਣੀ 'ਚ ਜਾ ਕੇ ਚੰਗਾ ਹੋ ਜਾਊਂਗਾ, ਪਰ ਯਿਸੂ ਨੇ ਉਹਨੂੰ ਇਹ ਕਿਹਾ ਕਿ ਤੂੰ ਚੰਗਾ ਹੋਣਾ ਚਾਹੁੰਦਾ। ਯਿਸੂ ਨੇ ਉਹਨੂੰ ਇਹ ਨਹੀਂ ਕਿਹਾ ਕਿ ਮੈਂ ਤੈਨੂੰ ਚੁੱਕ ਕੇ ਪਾਣੀ ਦੇ ਵਿੱਚ ਲੈ। And you can see the man was wrapped around with this thought that he had to be in the pool to get healed. But when Jesus is asking him a different question. ਤੇ ਉਸ ਇਨਸਾਨ ਦੇ, ਉਸ ਮਨੁੱਖ ਦੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਖਿਆਲ ਸੀ ਕਿ ਸ਼ਾਇਦ ਇਹ ਜਿਹੜਾ ਮਨੁੱਖ ਮੇਰੇ ਕੋਲ ਆਇਆ ਹੈ, ਮੇਰੀ ਮਦਦ ਕਰਨ ਲਈ ਆਇਆ ਹੈ, ਕਿ ਮੈਨੂੰ ਪਾਣੀ ਦੇ ਵਿੱਚ ਲੈ ਜਾਏਗਾ। ਪਰ ਯਿਸੂ ਨੇ ਉਹਨੂੰ ਇੱਥੇ ਉਹ ਨਹੀਂ ਕਿਹਾ ਕਿ ਮੈਂ ਤੈਨੂੰ ਪਾਣੀ 'ਚ ਲੈ ਜਾਣਾ। You see, God's ways are very different from our own ways. ਹਾਲੇਲੂਇਆ। ਤੇ ਅਸੀਂ ਦੇਖਦੇ ਹਾਂ ਕਿ ਯਿਸੂ ਦੇ ਜਿਹੜੇ ਕੰਮ ਨੇ ਉਹ ਸਾਡੀਆਂ ਸੋਚਾਂ ਨਾਲੋਂ ਵੱਖਰੇ ਨੇ। God works in a supernatural way. ਤੇ ਖੁਦਾ ਦੇ ਕੰਮ ਜਿਹੜੇ ਨੇ, ਯਿਸੂ ਦੇ ਕੰਮ ਨੇ, ਉਹ ਅਦਭੁਤ ਤਰੀਕੇ ਦੇ ਨਾਲ ਆਤਮਿਕ ਜਿਹੜੀਆਂ ਉਹ ਗੱਲਾਂ ਉਹਦੇ ਨਾਲ ਉਹ ਕੰਮ ਕਰਦਾ ਹੈ। He bypasses the kanun, the laws, and he does something different. सॉरी पास जी। He bypasses, मैं आपको कैसा हेल्प करूं? मतलब जो कानून जो होते हैं वो कानून के खुदा ऊपर है, क्योंकि वो खुदा है, और जो वो कुछ करने को चाहेगा वो उस कानून के मुताबिक कदे कदे करता है, लेकिन कदे कदे सुपरनैचुरल तौर पे करता है वो। हालेलुया। हालेलुया। इसका मतलब ये है कि in this situation the man had to be jumping first when the angel would stir the water up. Okay. ਤੇ ਅਸੀਂ ਇੱਥੇ ਦੇਖਦੇ ਹਾਂ ਕਿ ਯਿਸੂ ਦਾ, ਖੁਦਾ ਦੇ ਕੰਮ ਜਿਹੜੇ ਹੈ ਉਹ ਜਿਹੜੇ ਕਾਨੂੰਨ ਬਣਾਏ ਗਏ ਉਹਨਾਂ ਤੋਂ ਵੱਖਰੇ ਹੁੰਦੇ ਨੇ, ਉਹ ਅਲੱਗ ਤਰੀਕੇ ਨਾਲ ਕੰਮ ਕਰਦਾ ਹੈ। ਦੇਖਦੇ ਹਾਂ ਕਿ ਇਸ ਇਨਸਾਨ ਦਾ, ਇਸ ਮਨੁੱਖ ਦਾ ਉਸ ਪਾਣੀ ਦੇ ਵਿੱਚ ਹੋਣਾ ਜ਼ਰੂਰੀ ਸੀ ਚੰਗੇ ਹੋਣ ਦੇ ਲਈ। But we see here that Jesus has a different plan. ਪਰ ਅਸੀਂ ਵੇਖਦੇ ਹਾਂ ਕਿ ਯਿਸੂ ਦੇ ਇੱਕ ਅਲੱਗ ਹੀ ਉਹਦੇ ਲਈ ਯੋਜਨਾ ਸੀ। Jesus is not even thinking that the man should go in the water. ਤੇ ਯਿਸੂ ਨੇ ਵੀ ਇਹ ਨਹੀਂ ਸੋਚਿਆ ਕਿ ਮੈਂ ਇਸ ਮਨੁੱਖ ਨੂੰ ਪਾਣੀ ਦੇ ਵਿੱਚ ਲੈ ਜਾ। Because Jesus has got another way of healing him. ਕਿਉਂਕਿ ਯਿਸੂ ਦਾ ਇੱਕ ਅਲੱਗ ਹੀ ਯੋਜਨਾ ਸੀ ਉਹਨੂੰ ਚੰਗਾ ਕਰਨ ਦੀ। But the man is boxed up and he's thinking, I have to go in the water to get healed. And so he tells Jesus, there is nobody to put me in the water. ਤੇ ਉਸ ਮਨੁੱਖ ਦੇ ਦਿਮਾਗ 'ਚ ਇਹ ਸੀਗਾ, ਜਦੋਂ ਯਿਸੂ ਨੇ ਉਹਨੂੰ ਪੁੱਛਿਆ ਵੀ ਤੂੰ ਚਾਹੁੰਦਾ ਚੰਗਾ ਹੋਣਾ, ਤੇ ਉਹਨੇ ਕੀ ਅੱਗੇ ਕਿਹਾ ਵੀ ਮੇਰੇ ਕੋਲ ਤਾਂ ਕੋਈ ਸਹਾਇਤਾ ਨਹੀਂ ਕਿ ਕੋਈ ਮੈਨੂੰ ਪਾਣੀ ਦੇ ਵਿੱਚ ਲੈ ਜਾਵੇ। You see, when we have a problem, ਜਦੋਂ ਸਾਡੇ ਕੋਲ ਪਰੇਸ਼ਾਨੀ ਹੁੰਦੀ ਆ, we only look at our problem. ਤੇ ਅਸੀਂ ਸਿਰਫ ਕੀ ਦੇਖਦੇ ਹਾਂ, ਆਪਣੀਆਂ ਪਰੇਸ਼ਾਨੀਆਂ ਨੂੰ ਹੀ ਦੇਖਦੇ ਹਾਂ। We do not see that the solution is going to be there in a different way. ਤੇ ਅਸੀਂ ਦੇਖ ਹੀ ਨਹੀਂ ਪਾਉਂਦੇ ਕਿ ਇਸ ਸਮੱਸਿਆ ਦਾ ਸਮਾਧਾਨ ਵੀ ਇੱਕ ਅਲੱਗ ਤਰੀਕੇ ਨਾਲ ਸਾਡੇ ਨੇੜੇ ਹੀ ਹੈ, ਸਾਡੇ ਆਸ-ਪਾਸ ਹੀ ਹੈ। Hallelujah. Hallelujah. But the man says to Jesus that there is nobody to help me. But Jesus is not dealing with this question at all. Jesus is not even asking, can I help you to put you in the water? No. Hallelujah. ਤੇ ਯਿਸੂ ਨੇ ਇੱਥੇ ਉਹਨੂੰ ਇਹ ਨਹੀਂ ਪੁੱਛਿਆ ਵੀ ਮੈਂ ਤੈਨੂੰ ਪਾਣੀ ਦੇ ਵਿੱਚ ਲੈ ਜਾਵਾਂ। ਉਹ ਇਨਸਾਨ ਦਾ ਇਹ ਸੋਚ ਰਿਹਾ ਕਿ ਸ਼ਾਇਦ ਇਹ ਮੈਨੂੰ ਪਾਣੀ 'ਚ ਲੈ ਜਾਏਗਾ, ਪਰ ਯਿਸੂ ਨੇ ਉਸ ਜਿਹੜਾ ਉਹਨੇ ਪ੍ਰਸ਼ਨ ਕੀਤਾ, ਉਹਨੇ ਦੱਸਿਆ, ਯਿਸੂ ਨੇ ਉਸ ਬਾਰੇ ਨਹੀਂ ਧਿਆਨ ਦਿੱਤਾ। And Jesus is asking you today, do you want to be well?
ਤੇ ਯਿਸੂ ਅੱਜ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਹੈ ਕਿ ਤੁਸੀਂ ਚੰਗਾ ਹੋਣਾ ਚਾਹੁੰਦੇ ਹੋ? Now you might be thinking, I've been trying for so long, but it's not happening. But that's not what Jesus is asking you. Jesus is asking you, do you want a breakthrough? ਤੇ ਤੁਸੀਂ ਕਹੋਗੇ ਕਿ ਨਹੀਂ ਨਹੀਂ, ਮੈਂ ਬਹੁਤ ਦੇਰ ਤੋਂ ਆਪਣੇ ਚੰਗੇ ਹੋਣ ਲਈ ਜਾਂ ਕੁਝ ਵੀ ਕਰਨ ਦੇ ਲਈ ਆਪਣੀ ਮਿਹਨਤ ਕਰ ਰਿਹਾ ਵਾਂ, ਪਰ ਯਿਸੂ ਤੁਹਾਨੂੰ ਇਹ ਨਹੀਂ ਪੁੱਛ ਰਿਹਾ ਤੁਸੀਂ ਕੀ ਕਰ ਰਹੇ ਹੋ। ਯਿਸੂ ਤੁਹਾਨੂੰ ਪੁੱਛ ਰਿਹਾ ਤੁਸੀਂ ਚੰਗਾ ਹੋਣਾ ਚਾਹੁੰਦੇ ਹੋ? And that is the question I believe I want to ask you again. Do you want to be healed? Do you want a breakthrough? ਤੇ ਮੈਂ ਵੀ ਤੁਹਾਨੂੰ ਇਹ ਵਿਸ਼ਵਾਸ ਦੇ ਨਾਲ ਪੁੱਛਦਾ ਹਾਂ ਕਿ ਤੁਸੀਂ ਚੰਗਾ ਹੋਣਾ ਚਾਹੁੰਦੇ ਹੋ, ਕੀ ਤੁਸੀਂ ਛੁਟਕਾਰਾ ਚਾਹੁੰਦੇ ਹੋ? During the time of COVID, ਜਦੋਂ ਕੋਵਿਡ ਦਾ ਸਮਾਂ ਸੀ, only the Cypriots were able to come to Cyprus. ਤੇ ਬਸ ਜਿਹੜੇ ਸੀਗੇ ਸਾਈਪਰਸ ਦੇ ਲੋਕ ਸੀਗੇ ਉਹੀ ਸਾਈਪਰਸ ਆ ਸਕਦੇ ਸੀ। From London, from UK. ਹਾਂ, ਲੰਡਨ ਤੋਂ ਸਿਰਫ ਜਿਹੜੇ ਸਾਈਪਰਸ ਦੇ ਲੋਕ ਸੀ ਉਹੀ ਸਾਈਪਰਸ ਆ ਸਕਦੇ ਸੀ, ਹੋਰ ਕੋਈ ਮਤਲਬ ਨਹੀਂ ਆ ਸਕਦਾ ਸੀ। They were very strict at the airport in UK. ਹਾਂ, ਤੇ ਯੂਕੇ ਦੇ ਵਿੱਚ ਜਿਹੜਾ ਉੱਥੇ 에ਅਰਪੋਰਟ ਹੈ ਉੱਥੇ ਬਹੁਤ ਜ਼ਿਆਦਾ ਸਖਤੀ ਸੀ। And you needed to have a special visa, even you are a British citizen like I am, you needed a special visa to go to Cyprus during the COVID time. ਤੇ ਤੁਹਾਨੂੰ ਉੱਥੇ ਖਾਸ ਮਤਲਬ ਕਿ ਇੱਕ ਵੀਜ਼ਾ ਲੈਣ ਦੀ ਲੋੜ ਸੀ, ਭਾਵੇਂ ਤੁਸੀਂ ਉੱਥੇ ਦੇ ਨਾਗਰਿਕ ਹੋ ਲੰਡਨ ਦੇ, ਇੰਗਲੈਂਡ ਦੇ, ਪਰ ਫਿਰ ਵੀ ਤੁਹਾਨੂੰ ਇੱਕ ਖਾਸ ਵੀਜ਼ਾ ਲੈ ਕੇ ਇੱਥੇ ਆਉਣ ਦੀ ਲੋੜ ਸੀਗੀ। So I had no idea that you need a visa. ਮੈਨੂੰ ਕੋਈ भी ये आइडिया नहीं सी कि मैनू वीजे की लोड़ आ। और मुझे पता भी नहीं था कि कोविड का टाइम, कोविड का दौरान कि सिर्फ सिपरेट लोगों को ही इजाजत है इधर से उड़ान में जाने को, मुझे कुछ पता नहीं था। तो मैंने टिकट बुक किया और उस टाइम ऐसा माहौल बना कि एक ब्रदर की शादी थी और सब इंतजाम किया था उन्होंने शादी के लिए, बड़ी शादी थी और सब रेडी किया था और सिर्फ मेरी वेट थी। तो मैं गया एयरपोर्ट पे, मुझे पता नहीं था कि वीज़ा की लोड है और सिर्फ सिपरेट लोगों को ही ये उड़ान में लेते हैं। तो मैं गया अनजान जैसा होके गया, तो मुझे उड़ान में वो चेक इन नहीं कर रहे। मैंने बोला क्या प्रॉब्लम है, फिर उन्होंने मुझे बताया कि कोविड का टाइम है, किसी को मौका नहीं है। तो मेरी सोच इस बंदे के जैसी हो सकती थी कि हाँ सिर्फ सिपरेट ही लोग जाएंगे, सिर्फ वीजा वाले लोग जाएंगे। नहीं, मैंने उधर मेरा जगह जो था जिधर मैं खड़ा था, मैंने उधर वो नहीं छाड़ दिया सी। मैंने दुआ की, खुदा मुझे आप लेके जाएगा, हालेलुया, और आप मुझे ब्रेक थ्रू देगा। और लोग मेरी वेट कर रहे हैं, 200 लोग या पता नहीं कितने लोग आए थे शादी में उस टाइम। दानियल भाई, सोनू, जोशुआ को पता है, तो बड़ी शादी हुई थी चर्च में। तो वो मुझे बोलने लगे अभी गेट हम बंद कर रहे हैं, आपको मौका नहीं, आप घर जाओ। मैंने बोला नहीं, मैं घर नहीं जाऊंगा। तो दोबारा मैं गया और मैंने पूछा कि क्या क्या चाहिए आपको, क्या डॉक्यूमेंट चाहिए। मेरे पास कुछ था, तो मैंने बोला क्या चाहिए आप लोगों को, या मैंने पूछा। तो बोलने लगे सिपरेट वालों को ही इजाजत है। मैंने बोला मेरे पास इलेक्ट्रिसिटी बिल है, क्योंकि चर्च का जो बिल है वो मेरे नाम पे है। खुदा ने मुझे आज्ञा दी थी उस टाइम, नाम आपका लगाओ बिल पे। तो मैंने बोला मेरे पास ये है, इलेक्ट्रिसिटी बिल है। मैंने बोला मेरे पास बैंक अकाउंट भी है साइप्रस का। मैंने बोला मैं साइप्रस में थोड़ा टाइम स्पेंड करता हूँ, लंदन में स्पेंड करता हूँ, लंदन साइप्रस। तो उनके वो दिमाग में थोड़ा सा बीज बोया मैंने। तो उन्होंने सुपरवाइजर को बुलाया, सुपरवाइजर को बुला के बोला कि इसके पास कुछ है तो देखो प्लीज। तो सुपरवाइजर आके देखा और सुपरवाइजर मसीह वाला था। मैंने बोला मैं पास्टर हूँ, मैं शादी ऑफिशिएट करने को जा रहा हूँ, कुछ ना कुछ करो, मेरी लोग वेट कर रहे हैं उधर, अगर मैं नहीं पहुंच जाऊंगा तो फिर शादी सब उड़ जाएगी। तो फिर उसने देखा मेरे बोर्डिंग पास पे साइन किया और मुझे भेजा। अभी एक रुकावट क्लियर हो गई, अभी मैं जा रहा हूँ बोर्डिंग गेट के पास। अगर वो बोर्डिंग गेट के पास इजाजत मिलेगी तो फिर मैं उड़ान में जाने को सफर पे होगा। आपको पता है ना, चेकिंग करना पड़ता है फिर बोर्डिंग गेट पे। तो बोर्डिंग गेट पे जा गया मैं, थोड़ा सा हार्ट बीट थोड़ा सा इंक्रीज हुआ, लेकिन मैं दुआ में हूँ। तो उन्होंने मेरा बोर्डिंग पास देखा और मैंने बोला देखो सिग्नेचर है, क्योंकि उनको पता चला कि मैं ब्रिटिश सिटीजन हूँ, लेकिन
मैंने बोला बोर्डिंग पास पे सिग्नेचर है, क्योंकि सुपरवाइजर ने सिग्नेचर की थी, और हो सकता है बाकी के लोगों के पास भी उनके बोर्डिंग पास पे भी सिग्नेचर थी, मुझे पता नहीं, लेकिन उन्होंने मेरी बोर्डिंग पास की सिग्नेचर देखी और मुझे बोला जाओ। तो मैं उड़ान में गया। मैंने बोला खुदा, आपका जरिया चमत्कार करने का अलग ही है, आप सुपर नेचुरल खुदा है। हालेलुया। सो ये मैं कोशिश कर रहा हूँ समझाने को आप लोगों को कि जो कानून जो होता है, कानून था कि सिर्फ सेपरेट लोगों को ही जाने को इजाजत थी, और जो वीजा वाले लोगों को भी वीजा सी ये थी। मेरे पास एक कुछ नहीं था, सिर्फ मेरे पास मेरी पासपोर्ट थी, और खुदा है मेरे पास, जिसका कोई नहीं होता है उसके साथ कौन होता है, उसका खुदा खुदा। होता है। तो आमेन। जेदो में लैंड हो गया और इमिग्रेशन के पास गया, तो उन्होंने मुझे पूछा आप कैसा आया। मैंने बोला मुझे तो भेजा उन्होंने। मैंने बोला मेरे पास इधर अकाउंट है, मैं इधर रहता हूँ और उधर भी रहता हूँ। तो बोला ये बहुत गलत जैसा है, क्योंकि किसी को इजाजत नहीं है अभी साइप्रस में आने को, तो वो कुछ नहीं कर सके, मुझे वापस नहीं भेजा उन्होंने। मुझे बोला नेक्स्ट टाइम आप थोड़ा सा होशियार मतलब केयरफुल, केयरफुल को क्या बोलेंगे हम, सो जस्ट बी केयरफुल, कि अभी का जो माहौल है। तो मुझे उन्होंने दरवाजा ओपन करके, जो गेट जो होती है वो मुझे बाहर भेजा। हालेलुया। हालेलुया। तो डुबकी मारने से कभी कभी काम नहीं हो जाता है, खुदा जितना मौजूद हो जाएगा तो खुदा ही डुबकी लगाएगा आपके लिए। हालेलुया। आमेन। जो भी आज आपका जो हालात जो बनी है, जो भी हालात, टुडे गॉड वांट्स टू गिव यू ब्रेक थ्रू। जो आपके मन में जो है ना, हाँ ये तो मुश्किल है, ये नहीं हो जाएगा, ये तो इस तरीके से होना मांगता है, या इस तरीके से, खुदा को मत बताओ किस तरीके से होने का है। खुदा को पता है किस तरीके से दरवाजे ओपन करने का है। उसके पास सब दरवाजे की चाबियां हैं, और सब दरवाजे की मास्टर की भी है। हालेलुया। हालेलुया। तो आपके लाइफ में जो भी आज हालात बनी है, उसकी मास्टर की भी किसके पास है? हमारे खुदा के पास। खुदा के पास है। तो लेट अस सबमिट टू हिज विल, लेट अस सबमिट टू गॉड। कम ऑन रंजित। तो आओ ਅਸੀਂ ਕੀ ਕਰੀਏ ਕਿ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਦੇ ਵਿੱਚ ਦੇ ਦਈਏ, ਉਹਦੀ ਇੱਛਾ ਦੇ ਵਿੱਚ ਦੇ ਦਈਏ, Let us not give ideas to God. God is full of ideas. ਤੇ ਅਸੀਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਉਹਨੂੰ ਨਾ ਦਸੀਏ, ਉਹਦੇ ਕੋਲ ਬਹੁਤ ਸਾਡੇ ਲਈ ਬਹੁਤ ਸਾਰੀਆਂ ਯੋਜਨਾਵਾਂ ਨੇ, And he's got a lot of zariyas as well. Hallelujah. ਉਹਦੇ ਕੋਲ ਬਹੁਤ ਸਾਰੇ ਏਦਾਂ ਦੇ ਜ਼ਰੀਏ ਨੇ ਕਿ ਉਹ ਸਾਨੂੰ ਸਾਡੇ ਹਾਲਾਤਾਂ ਚੋਂ ਬਾਹਰ ਕੱਢ ਸਕਦਾ। We need to just say yes, Lord, to him. ਸਾਨੂੰ ਸਿਰਫ ਇਹ ਕਹਿਣ ਦੀ ਲੋੜ ਹੈ ਕਿ ਹਾਂ ਖੁਦਾ। Because the question today that was asked to you and to the man was, do you want to be well? Not if you would like to go into the water first. That is not a question today. ਤੇ ਅੱਜ ਦਾ ਜਿਹੜਾ ਇਹ ਪ੍ਰਸ਼ਨ ਹੈ ਇਹ ਹੈ ਕਿ ਕੀ ਤੁਸੀਂ ਚੰਗਾ ਹੋਣਾ ਚਾਹੁੰਦੇ ਹੋ। ਇਹ ਨਹੀਂ ਪੁੱਛਿਆ ਜਾ ਰਿਹਾ ਕਿ ਤੂੰ ਪਾਣੀ ਦੇ ਵਿੱਚ ਜਾਣਾ ਚਾਹੁੰਦਾ ਹੈ, ਇਹ ਪੁੱਛਿਆ ਜਾ ਰਿਹਾ ਆ ਕਿ ਤੁਸੀਂ ਚੰਗਾ ਹੋਣਾ ਚਾਹੁੰਦੇ ਹੋ। And if you submit to that and you say, yes, Lord. ਤੇ ਜਦੋਂ ਅਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਤਾਂ ਅਸੀਂ ਕਹਿ ਸਕਦੇ ਕਿ ਹਾਂ ਖੁਦਾ ਅਸੀਂ ਚੰਗਾ ਹੋਣਾ ਚਾਹੁੰਦੇ ਹਾਂ। Yes, Lord. And the Lord will do it his way and he will do a perfect job. ਤੇ ਖੁਦਾ ਜਦੋਂ ਅਸੀਂ ਹਾਂ ਕਰਦੇ ਹਾਂ ਤੇ ਖੁਦਾ ਆਪਣੇ ਤਰੀਕੇ ਨਾਲ ਕੰਮ ਕਰਦਾ ਹੈ ਤੇ ਉਹ ਸਾਡੇ ਬਿਹਤਰੀ ਦੇ ਲਈ ਸਭ ਤੋਂ ਵਧੀਆ ਕੰਮ ਕਰਦਾ ਹੈ। And we see that at the end what happened. He said, then Jesus, when he told Jesus the problem, then Jesus said, rise up, take your bed and walk. ਤੇ ਜਦੋਂ ਉਹਨੇ ਆਪਣੇ ਪ੍ਰੋਬਲਮਾਂ ਦਸੀਆਂ ਤੇ ਯਿਸੂ ਨੇ ਉਹਨੂੰ ਇਹ ਕਿਹਾ ਵੀ ਖੜਾ ਹੋ ਜਾ ਤੇ ਆਪਣੀ ਮੰਜੀ ਨੂੰ ਚੁੱਕ ਕੇ ਤੁਰ ਜਾ। Don't look at your majburi or your kamzori today. ਤੇ ਆਪਣੀਆਂ ਕਮਜ਼ੋਰੀਆਂ ਤੇ ਆਪਣੀ ਮਜਬੂਰੀਆਂ ਵੱਲ ਨਾ ਦੇਖੋ, Look at Jesus today. ਯਿਸੂ ਵੱਲ ਦੇਖੋ ਅੱਜ। We see here in verse 7 the kamzori and the majburi. Read verse 7 please. 7ਵੀਂ ਵਰਸ ਅਸੀਂ ਦੁਬਾਰਾ ਪੜਾਂਗੇ। मैं फिनिश कर रहा हूं. ਠੀਕ ਹੈ। 7ਵੀਂ। ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਮੇਰਾ ਕੋਈ ਆਦਮੀ ਨਹੀਂ ਹੈ ਕਿ ਜਦ ਪਾਣੀ ਹਿਲਾਇਆ ਜਾਵੇ ਤਾਂ ਮੈਂ ਤਲਾਬ ਵਿੱਚ ਉਤਾਰੇ, ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੇਥੋਂ ਅੱਗੇ ਉੱਤਰ ਪੈਂਦਾ ਹੈ। आमेन आमेन। मेरा कोई आदमी नहीं है, जिसका कोई आदमी नहीं होता है उसका आदमी खुदा बन जाता है। हालेलुया। आज आमेन। आपके पास कोई आदमी नहीं है, कुछ नहीं है, तो आज आपके पास खुदा है। हालेलुया। और हालेलुया। इधर लिखा है कि
मुझे कोई हेल्प नहीं कर रहा है पानी में जाने को, जिसका कोई नहीं होता है पानी में पा देने को, इसका खुदा ही करेगा उसका इंतजाम मुहैया। हालेलुया। सो टुडे बी एनकरेज्ड ਤੇ ਅੱਜ ਕੀ ਅਸੀਂ ਸਾਰੇ ਜਣੇ ਉਤਸ਼ਾਹਿਤ ਹੋ ਜਾਈਏ that the Lord is thinking about you. ਤੇ ਕਿ ਖੁਦਾ ਸਾਡੇ ਬਾਰੇ ਸੋਚ ਰਿਹਾ ਹੈ। ਇਸ ਗੱਲ ਨੂੰ ਜਾਣ ਕੇ ਅਸੀਂ ਉਤਸ਼ਾਹ ਨਾਲ ਭਰ ਜਾਈਏ And he knows our needs, Lord, ਤੇ ਉਹ ਖੁਦਾ ਸਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ। whatever that is. ਕੋਈ ਵੀ ਸਾਡੀ ਜ਼ਰੂਰਤ ਹੈ ਉਹ ਜਾਣਦਾ ਹੈ। Today he want to set people free in this meeting. ਤੇ ਉਹ ਅੱਜ ਖੁਦਾ ਇਸ ਜਗ੍ਹਾ ਤੇ ਸਾਨੂੰ ਸਾਰਿਆਂ ਨੂੰ ਆਜ਼ਾਦ ਕਰੇਗਾ। So as I finish, I want to request you to start in your mind telling God, or if you're alone, just tell him your issues, your problems, the things that you need breakthrough for. ਤੇ ਅੱਜ ਅਸੀਂ ਇਸ ਪ੍ਰਾਰਥਨਾ ਸਭਾ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ 'ਚ ਦੇ ਕੇ ਉਹ ਗੱਲਾਂ ਖੁਦਾ ਦੇ ਅੱਗੇ ਰੱਖਾਂਗੇ ਜਿਨ੍ਹਾਂ ਗੱਲਾਂ 'ਚ ਅਸੀਂ ਛੁਟਕਾਰਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਖੁਦਾ ਸਾਡੀ ਜ਼ਿੰਦਗੀ 'ਚ ਕੰਮ ਕਰੇ। And do not put limitations to anything. ਤੇ ਕਿਸੇ ਵੀ ਗੱਲ ਦੇ ਵਿੱਚ ਕੋਈ ਹੱਦ ਨਾ ਰੱਖੋ, ਖੁਦਾ ਦੇ ਅੱਗੇ ਨੂੰ ਖੋਲ ਕੇ ਰੱਖ ਦਿਓ। Because if you put limitations, then you are not going to go to the next level. ਤੇ ਜਦੋਂ ਅਸੀਂ ਹੱਦਾਂ ਰੱਖ ਦੇਵਾਂਗੇ ਖੁਦਾ ਦੇ ਅੱਗੇ ਤੇ ਕੀ ਹੈ ਕਿ ਅਸੀਂ ਆਪਣੀ ਉਸ ਜਗ੍ਹਾ ਤੇ ਨਹੀਂ ਪਹੁੰਚ ਪਾਵਾਂਗੇ। But today, if you say, God, yes, do it, Lord, please, your way, I'm ready, Lord, then see, something will happen. Something good will happen. ਹਾਲੇਲੂਇਆ। ਤੇ ਜਦੋਂ ਅਸੀਂ ਕਵਾਂਗੇ ਅੱਜ ਕਿ ਖੁਦਾ ਹਾਂ ਅਸੀਂ ਚਾਹੁੰਦੇ ਹਾਂ ਕਿ ਤੂੰ ਆਪਣੇ ਤਰੀਕੇ ਨਾਲ ਸਾਡੀ ਜ਼ਿੰਦਗੀ 'ਚ ਕੰਮ ਕਰ, ਤੇ ਖੁਦਾ ਸਾਡੀ ਜ਼ਿੰਦਗੀ 'ਚ ਕੰਮ ਕਰੇਗਾ। Let your faith grow today to believe. ਅੱਜ ਆਪਣੇ ਵਿਸ਼ਵਾਸ ਨੂੰ ਵਧਣ ਦਿਓ ਵਿਸ਼ਵਾਸ ਨੂੰ। Let it grow, let it grow. ਇਹਨੂੰ ਵਧਣ ਦਿਓ ਆਪਣੇ ਵਿਸ਼ਵਾਸ ਨੂੰ ਵਧਣ ਦਿਓ ਖੁਦਾ 'ਚ। Because faith moves mountains. ਕਿਉਂਕਿ ਵਿਸ਼ਵਾਸ ਜਿਹੜਾ ਉਹ ਪਹਾੜਾਂ ਨੂੰ ਵੀ ਹਟਾ ਸਕਦਾ ਹੈ, ਹਿਲਾ ਸਕਦਾ। Hallelujah. So let us just come before God in humbleness. ਤੇ ਆਓ ਅਸੀਂ ਸਾਰੇ ਜਣੇ ਨਮਰਤਾਈ ਨਾਲ, ਹਲੀਮਤਾ ਨਾਲ ਖੁਦਾ ਦੇ ਕੋਲ ਚੱਲੀਏ। Ask him to help us. ਤੇ ਉਹਨੂੰ ਕਹੀਏ ਕਿ ਖੁਦਾ ਸਾਡੀ ਮਦਦ ਕਰ। Hallelujah. ਹਾਲੇਲੂਇਆ।